14ਵਾਂ ਕਾਂਡ। ਕਈ ਇਤਿਹਾਸਕਾਰਾਂ ਦੀ ਰਾਏ ਹੈ ਕਿ 8,000 ਦੇ ਲਗਭਗ ਖਾਲਸਾ ਇਸ ਜੰਗ ਵਿੱਚ ਸ਼ਹੀਦ ਹੋਇਆ। ਕੋਈ ਇਸ ਸੰਖਿਆ ਨੂੰ 10-12 ਹਜ਼ਾਰ ਤੀਕ ਦੱਸਦੇ ਹਨ, ਪਰ ਸ਼੍ਰੀ ਰਤਨ ਸਿੰਘ ਜੀ ਲਿਖਦੇ ਹਨ ਕਿ ਕੋਈ 40 ਕੋਈ 50,000 ਦੱਸਦਾ ਹੈ। ਗਿਣਤੀ ਦਾ ਠੀਕ ਪਤਾ ਨਹੀਂ ਹੈ, ਪਰ ਇਨ੍ਹਾਂ ਬਹਾਦਰਾਂ ਦੀ ਯਾਦਗਾਰ ਸਿਵਾ ਨਾਸ਼ੁਕਰੀ ਦੇ ਅਸਾਂ ਕੋਈ ਵੀ ਕਾਇਮ ਨਹੀਂ ਕੀਤੀ। ਜਗਤ ਦੀਆਂ ਹੋਰ ਕੌਮਾਂ ਨੇ ਆਪਣੇ ਵੱਡਿਆਂ ਦੇ ਰਾਈ ਜਿੰਨੇ ਉਪਕਾਰ ਵੀ ਮੇਰੂ ਕਰਕੇ ਦੱਸੇ ਹਨ, ਪਰ ਧੰਨ ਸਿੱਖ ਜਿਨ੍ਹਾਂ ਨੇ ਪਰਬਤਾਂ ਜਿੱਡੇ ਉਪਕਾਰ ਚੇਤੇ ਵੀ ਨਹੀਂ ਰੱਖੇ, ਸਗੋਂ ਆਪਣਾ ਇਤਿਹਾਸ ਹੀ ਗੁੰਮ ਕਰ ਛੱਡਿਆ ਹੈ। ਇਸ ਯੁੱਧ ਤੋਂ ਮਗਰੋਂ ਕਾਬਲ ਤੇ ਦਿੱਲੀ ਦੇ ਪਾਤਸ਼ਾਹਾਂ ਵਿੱਚ ਲਾਹੌਰ ਦਾ ਇਲਾਕਾ ਦੁਖਸਮੀ ਵਹੁਟੀ ਵਾਂਗੂ ਦੁਖੀ ਰਿਹਾ। ਇਸ ਦਾ ਸਮਾਚਾਰ ਇਹ ਹੈ ਕਿ ਲਾਹੌਰ ਦਾ ਨਵਾਬ ਜ਼ਕਰੀਆ ਖਾਂ ਸੀ, ਜਿਸ ਦਾ ਪ੍ਰਸਿੱਧ ਨਾਮ ਖਾਨ ਬਹਾਦਰ ਸੀ ਤੇ ਸਿੱਖ ਖਾਨੂ ਸਾਧਦੇ ਸਨ। ਇਹ ਸੰਮਤ 1793 ਦੇ ਲਗਭਗ ਲਾਹੌਰ ਦਾ ਸੂਬਾ ਹੋਇਆ ਤੇ ਜੇਠ 1802 ਵਿੱਚ ਮਰ ਗਿਆ। ਫਿਰ ਇਸ ਦਾ ਪੁੱਤਰ ਯਹੀਆ ਖਾਂ ਲਾਹੌਰ ਦਾ ਸੂਬਾ ਹੋਇਆ ਸੀ ਤੇ ਦੂਜਾ ਪੁੱਤਰ ਸ਼ਾਹ ਨਵਾਜ਼ ਖਾਨ ਮੁਲਤਾਨ ਦਾ ਹਾਕਮ ਬਣਿਆ ਸੀ। ਘੱਲੂਕਾਰਾ ਯਹੀਆ ਖਾਨ ਦੇ ਸਮੇਂ ਜੇਠ 1803 ਬਿਕਰਮੀ ਸੰਮਤ ਵਿੱਚ ਮੁੱਕਾ ਸੀ। ਹੁਣ ਸ਼ਾਹ ਨਵਾਜ਼ ਖਾਨ ਨੇ ਕੀ ਕੀਤਾ ਕਿ ਲਾਹੌਰਪੁਰ ਚੜ੍ਹਾਈ ਕਰਕੇ ਫਤਿਹ ਪਾਈ ਤੇ ਆਪੇ ਲਾਹੌਰ ਦਾ ਮਾਲਕ ਬਣ ਬੈਠਾ ਤੇ ਆਪਣੇ ਭਰਾ ਯਹੀਆ ਖਾਨ ਨੂੰ ਕੈਦ ਕਰ ਲਿਆ। ਪਰ ਯਹੀਆ ਖਾਂ ਕਿਸੇ ਹਿਕਮਤ ਨਾਲ ਕੈਦ ਵਿੱਚੋਂ ਨਿਕਲ ਕੇ ਦਿੱਲੀ ਨੱਸ ਗਿਆ। ਇਹ ਸੁਣ ਕੇ ਸ਼ਾਹ ਨਵਾਜ਼ ਨੂੰ ਪਿੱਸੂ ਪਏ ਕਿ ਹੁਣ ਦਿੱਲੀ ਦੇ ਪਾਤਸ਼ਾਹ ਦੀ ਫੌਜ ਆ ਕੇ ਜ਼ਰੂਰ ਮੇਰਾ ਕੰਗਾ ਕਰੇਗੀ। ਇਸ ਕਰਕੇ ਉਸਨੇ ਕਾਬਲ ਦੇ ਪਾਤਸ਼ਾਹ ਅਹਿਮਦ ਸ਼ਾਹ ਨੂੰ ਚਿੱਠੀ ਲਿਖੀ ਕਿ ਆਪ ਲਾਹੌਰ ਆ ਕੇ ਮੈਥੋਂ ਰਾਜ ਲੈ ਲਵੋ। ਇਹ ਸੁਣ ਕੇ ਦੁਰਾਨੀ ਪਾਤਸ਼ਾਹ ਤਾਂ ਕਾਬਲੋਂ ਤੁਰ ਕੇ ਪਿਸ਼ੌਰ ਆ ਪਹੁੰਚਾ ਤੇ ਉੱਧਰੋਂ ਦਿੱਲੀ ਦੇ ਪਾਤਸ਼ਾਹ ਨੇ ਸ਼ਾਹ ਨਵਾਜ਼ ਨੂੰ ਲਿਖ ਘੱਲਿਆ ਕਿ ਅਸੀਂ ਤੈਨੂੰ ਲਾਹੌਰ ਦਾ ਨਾਜ਼ਮ ਆਪਣੀ ਵੱਲੋਂ ਪ੍ਰਵਾਨ ਕਰਦੇ ਹਾਂ, ਤੂੰ ਹੁਣ ਦੁਰਾਨੀ ਪਾਤਸ਼ਾਹ ਦਾ ਟਾਕਰਾ ਕਰ। ਇਹ ਪੇਚ ਵਿੱਚ ਆ ਕੇ ਸ਼ਾਹ ਨਵਾਜ਼ ਨੇ ਦੁਰਾਨੀ ਦਾ ਟਾਕਰਾ ਕੀਤਾ, ਪਰ ਹਾਰ ਖਾ ਕੇ ਦਿੱਲੀ ਨੂੰ ਨੱਸ ਗਿਆ। ਦੁਰਾਨੀ ਦਾ ਇਹ ਹੱਲਾ ਪੋਹ 1804 ਵਿੱਚ ਹੋਇਆ। ਲਾਹੌਰ ਨੂੰ ਬੇਤਰਸ ਦੁਰਾਨੀਆਂ ਨੇ ਬੁਰੀ ਤਰ੍ਹਾਂ ਲੁੱਟਿਆ। ਲਖਪਤ ਜਦ ਆਪਣੀ ਰਕਮ ਦੇ ਚੁੱਕਾ ਤਾਂ ਉਸ ਦੀ ਗੁੱਡੀ ਹੋਰ ਚੜ੍ਹੀ। ਦੁਰਾਨੀ ਨੇ ਲਖਪਤ ਰਾਏ ਨੂੰ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ ਤੇ ਆਪ ਦਿੱਲੀ ਜਿੱਤਣ ਨੂੰ ਅੱਗੇ ਤੁਰਿਆ। ਸਰਹੰਦ ਕੋਲ ਦਿੱਲੀ ਦੀ ਫੌਜ ਨਾਲ ਲੜਾਈ ਹੋਈ, ਜਿਸ ਵਿੱਚ ਦੁਰਾਨੀ ਹਾਰ ਕੇ ਆਪਣੇ ਦੇਸ਼ ਨੂੰ ਨੱਸ ਗਿਆ। ਹੁਣ ਲਾਹੌਰ ਦਾ ਰਾਜ ਦਿੱਲੀ ਦੇ ਪਾਤਸ਼ਾਹ ਵੱਲੋਂ ਮੀਰ ਮੰਨੂ ਨੂੰ ਮਿਲਿਆ, ਜਿਸ ਨੇ ਕਿ ਅਬਦਾਲੀ ਨੂੰ ਭਾਂਜ ਦਿੱਤੀ ਸੀ, ਜਿਸ ਦਾ ਨਾਮ ਹੁਣ ਮੀਰ ਮੁਇਨ ਉਲ ਮੁਲਕ ਵੱਜਿਆ। ਇਸ ਦਾ ਅਸਲੀ ਨਾਮ ਮੋਇਨੂਦੀਨ ਸੀ। ਇਸ ਦਾ ਪਿਤਾ ਵਜ਼ੀਰ ਕਮਰੂਦੀਨ ਸੀ ਤੇ ਮੁਹੰਮਦ ਸ਼ਾਹ ਰੰਗੀਲਾ ਪਾਤਸ਼ਾਹ ਪਿਆਰ ਨਾਲ ਇਸ ਨੂੰ ਮੰਨੂ ਮੰਨੂ ਕਿਹਾ ਕਰਦਾ ਸੀ ਤੇ ਵੱਡੀ ਆਯੂ ਤੱਕ ਪੁੱਜ ਜਾਣ ਤੇ ਵੀ ਦਰਬਾਰ ਵਿੱਚ ਇਹ ਇਸੇ ਨਾਮ ਨਾਲ ਪ੍ਰਸਿੱਧ ਰਿਹਾ। ਮਾਣੂਪੁਰ ਦੇ ਕੋਲ ਅਬਦਾਲੀ ਨੂੰ ਹਾਰ ਦੇਣ ਤੋਂ ਬਾਅਦ ਲਾਹੌਰ ਦਾ ਸੂਬਾ ਹੋ ਕੇ ਇਸ ਨੂੰ ਮੀਰ ਮੁਅੱਯਨ ਉਲ ਮੁਲਕ ਦਾ ਖਿਤਾਬ ਮਿਲਿਆ, ਪਰ ਇਹ ਪ੍ਰਸਿੱਧ ਮੀਰ ਮੰਨੂ ਦੇ ਨਾਮ ਨਾਲ ਹੀ ਰਿਹਾ। ਇਤਿਹਾਸਕਾਰਾਂ ਨੇ ਇਸ ਨੂੰ ਜ਼ਿਆਦਾ ਕਰਕੇ ਮੀਰ ਮੰਨੂ ਹੀ ਲਿਖਿਆ ਹੈ। ਦੀਵਾਨ ਲਖਪਤ ਕੈਦ ਕੀਤਾ ਗਿਆ ਔਰ ਉਸ ਪਰ 30 ਲੱਖ ਦਾ ਜੁਰਮਾਨਾ ਲੱਗਾ। 20-22 ਲੱਖ ਤਾਂ ਉਸ ਦੀ ਜਾਇਦਾਦ ਕੁੜਕ ਕਰਨ ਨਾਲ ਵਸੂਲ ਹੋਇਆ ਤੇ ਬਾਕੀ ਬਦਲੇ ਸਰਕਾਰੀ ਕੈਦ ਵਿੱਚ ਪਾਇਆ ਗਿਆ। ਫਿਰ ਦੀਵਾਨ ਕੌੜਾ ਮੱਲ ਨੇ ਚੋਖੀ ਰਕਮ ਦੇ ਕੇ, ਜੋ ਕਿ ਪਤਾ ਲੱਗਦਾ ਹੈ ਕਿ ਇਹ ਰਕਮ 10 ਲੱਖ ਦੇ ਕਰੀਬ ਸੀ। ਪੰਥ ਪ੍ਰਕਾਸ਼ ਵਿੱਚ ਭੰਗੂ ਜੀ ਇਸ ਬਾਰੇ ਇਸ ਤਰ੍ਹਾਂ ਲਿਖਦੇ ਹਨ, ਕੌੜਾ ਮੱਲ ਹਤੋ ਗੁਰਸਿੱਖ 10 ਲੱਖ ਟਕੋ ਦਿਓ ਤੈ ਲਿਖ। ਉਸ ਨੂੰ ਮਾਨੋ ਮੁੱਲ ਲੈ ਕੇ ਆਪਣੇ ਕਾਬੂ ਕੀਤਾ। ਦੀਵਾਨ ਕੌੜਾ ਮੱਲ ਦੀ ਪੱਤ ਹੁਣ ਨੇਕ ਨੀਅਤੀ ਕਰਕੇ ਦਰਬਾਰ ਵਿੱਚ ਬਹੁਤ ਵੱਧ ਗਈ ਸੀ। ਹੁਣ ਲਖਪਤ ਦਾ ਅੰਤ ਦੱਸੀਏ ਕਿ ਕੀ ਹੋਇਆ। ਦੀਵਾਨ ਕੌੜਾ ਮੱਲ ਨੇ ਲਖਪਤ ਨੂੰ ਕਰੜੀ ਤਰ੍ਹਾਂ ਕੈਦ ਕੀਤਾ ਔਰ ਖਾਲਸੇ ਨੂੰ ਚੋਰੀ ਖਬਰ ਦਿੱਤੀ ਕਿ ਆਪਣੇ ਵੈਰੀ ਦੀ ਭੁਗਤ ਸਵਾਰ ਲਓ। ਸੋ ਸਿੱਖਾਂ ਨੇ ਉਸ ਨੂੰ ਉਸ ਦੇ ਮੰਦੇ ਕਰਮਾਂ ਦਾ ਯੋਗ ਦੰਡ ਦਿੱਤਾ। ਬੇਦੋਸ਼ਾਂ ਨੂੰ ਕਤਲ ਕਰਨਾ, ਹਜ਼ਾਰਾਂ ਨੂੰ ਤਸੀਹੇ ਦੇ ਕੇ ਮਾਰਨਾ ਤੇ ਕਈ ਵਿਧਵਾ ਸਿੰਘਣੀਆਂ, ਅਨਾਥ ਭੁਜੰਗੀਆਂ ਔਰ ਹੋਰ ਬੇਗੁਨਾਹਾਂ ਦਾ ਲਹੂ ਡੋਲਣਾ ਕਦੀ ਵਿਅਰਥ ਨਹੀਂ ਜਾ ਸਕਦਾ। ਲਖਪਤ ਦੀ ਮੌਤ ਬੜੇ ਕਸ਼ਟਾਂ ਵਾਲੀ ਸੀ। ਲਖਪਤ 6 ਮਹੀਨੇ ਸਿੰਘਾਂ ਦੀ ਕੈਦ ਵਿੱਚ ਰਹਿ ਕੇ ਮੋਇਆ।
ਪਰ ਡੰਡ ਦਾਤੇ ਉਸ ਦੇ ਕੀਤੇ ਜ਼ੁਲਮਾਂ ਦੀ ਪੜੋਪੀ ਨਾਲ ਉਸ ਦੀ ਮਿਣਤੀ ਕਰ ਰਹੇ ਸਨ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਪੰਥ ਪ੍ਰਕਾਸ਼ ਕ੍ਰਿਤ ਗਿਆਨੀ ਗਿਆਨ ਸਿੰਘ ਵਿੱਚ ਲਿਖਿਆ ਹੈ, ਬੁਖ ਗੋ ਅਤ ਲਖੂ ਮਰਿਓ, ਪਾਛੇ ਕੌੜਾ ਮਲ, ਕਰੀ ਦੀਵਾਨੀ ਧਰਮ ਕੀ, ਲੀਨੋ ਜਸ ਜਗ ਭਲ। ਜੇਠ 1803 ਘੱਲੂਘਾਰੇ ਤੋਂ ਬਾਅਦ ਪੋ 1804 ਤੱਕ ਵੀ ਖਾਲਸਾ ਸੁਖੀ ਨਹੀਂ ਹੋਇਆ। ਪਰ ਦੁਰਾਨੀ ਜਿਸ ਵੇਲੇ ਲਾਹੌਰ ਨੂੰ ਲੁੱਟ-ਪੁੱਟ ਵੈਰਾਨ ਕਰਕੇ ਸਤਲੁਜੋਂ ਪਾਰ ਹੋਇਆ, ਖਾਲਸਾ ਜੀ ਝਾੜ ਵਿੱਚੋਂ ਨਿਕਲ ਪਏ ਤੇ ਲੱਗੇ ਆਪਣੇ ਬਦਲੇ ਲੈਣ। ਇਹ ਵੇਲਾ ਖਾਲਸੇ ਲਈ ਪੁਰਬੀ ਦਾ ਸੀ। ਮਾਲਵੇ ਵਿੱਚ ਪਲਕੇ ਸਿੰਘ ਬੱਗੇ ਸ਼ੀਂਹ ਵਾਂਗੂ ਖੜੇ ਹੋ ਗਏ ਤੇ ਇਹਨਾਂ ਦੀ ਫੌਜੀ ਗਿਣਤੀ 20,000 ਨੂੰ ਫੇਰ ਅੱਪੜ ਗਈ। ਚਾਹੇ ਇਤਨੇ ਹੀ ਕਸ਼ਟਾਂ ਨਾਲ ਜੰਗਾਂ ਜ਼ੁਲਮਾਂ ਵਿੱਚ ਸਿੰਘ ਮਾਰੇ ਜਾਂਦੇ, ਪਰ ਇਹਨਾਂ ਦੀ ਗਿਣਤੀ ਫੇਰ ਪੂਰੀ ਹੋ ਜਾਂਦੀ। ਇਹਨਾਂ ਦੇ ਕੁਰਬਾਨੀ ਦੇ ਜੀਵਨ ਦਾ ਜਾਦੂ, ਇਹਨਾਂ ਦੀ ਪਵਿੱਤਰਤਾ ਤੇ ਬੰਦਗੀ, ਇਹਨਾਂ ਦਾ ਦੇਸ਼ ਨੂੰ ਸੁਤੰਤਰ ਕਰਨ ਦਾ ਚਾਅ ਤੇ ਹਾਕਮਾਂ ਦੇ ਜ਼ੁਲਮ ਹੋਰ ਪ੍ਰੇਮੀ ਪ੍ਰੇਰ ਕੇ ਲੈ ਆਉਂਦੀ ਤੇ ਅੰਮ੍ਰਿਤ ਦਾ ਪ੍ਰਵਾਹ ਜਾਰੀ ਰਹਿੰਦਾ। ਲਾਹੌਰ ਲਈ ਜਦ ਦਿੱਲੀ ਤੇ ਕਾਬਲ ਦੇ ਮਾਲਕ ਲੜ ਰਹੇ ਸਨ, ਖਾਲਸੇ ਨੇ ਵੈਰੀਆਂ ਤੋਂ ਬਦਲੇ ਲੈਣੇ ਆਰੰਭ ਕੀਤੇ। ਜਦ ਅਹਿਮਦ ਸ਼ਾਹ ਦੁਰਾਨੀ ਹਾਰ ਖਾ ਕੇ ਨੱਸਿਆ, ਤਦ ਖਾਲਸੇ ਨੇ ਉਸ ਦਾ ਵੀ ਪਿੱਛਾ ਵੀ ਕੀਤਾ ਤੇ ਜੇਹਲਮ ਤੱਕ ਪਿੱਛਾ ਕਰਕੇ ਲਈ ਜਾਂਦੇ ਇਸ ਦੇਸ਼ ਦੇ ਮਾਲ ਵਿੱਚੋਂ ਚੋਖੀ ਲੁੱਟਮਾਰ ਮੋੜ ਲਿੱਤੀ। ਫੇਰ ਅੰਮ੍ਰਿਤਸਰ ਆ ਇਕੱਠੇ ਹੋਏ ਔਰ ਗੁਰਮਤਾ ਕੀਤਾ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਰਾਮਸਰ ਉੱਤੇ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨੀ ਗਈ ਸੀ, ਸਿੰਘਾਂ ਨੇ ਇੱਕ ਰੌਣੀ ਬਣਾਈ। ਦੁਸ਼ਮਣ ਤੋਂ ਰੱਖਿਆ ਲਈ ਜੋ ਛੋਟੀ ਕੱਚੀ ਕੰਧ ਵਲਗਣ ਖੜੀ ਕਰ ਲਈ ਜਾਏ, ਉਸ ਨੂੰ ਰੌਣੀ ਆਖਦੇ ਹਨ। ਇਹ ਇੱਕ ਫੌਜੀ ਸਿਰ ਲੁਕਾਉਣੀ ਹੁੰਦੀ ਹੈ। ਇਸੇ ਨੂੰ ਮਗਰੋਂ ਗੜ੍ਹ ਬਣਾਇਆ ਗਿਆ ਸੀ। ਇਸ ਰੌਣੀ ਨੂੰ ਮਗਰੋਂ ਜਦ ਮੀਰ ਮੰਨੂ ਨੇ ਇਸ ਦਾ ਕੁਝ ਹਿੱਸਾ ਢਾਹ ਦਿੱਤਾ ਸੀ, ਸਿੰਘਾਂ ਨੇ ਫੇਰ ਕਿਲੇ ਵਾਂਗੂ ਬਣਾ ਲਿਆ ਸੀ ਤੇ ਨਾਮ ਇਸ ਦਾ ਰਾਮਗੜ੍ਹ ਧਰਿਆ ਸੀ, ਜਿਸ ਦੀਆਂ ਨਿਸ਼ਾਨੀਆਂ ਹੁਣ ਸਭ ਉੱਡ ਗਈਆਂ ਹਨ। ਪਰ ਅਜੇ ਵੀ ਮੰਦਰ ਦੀ ਥਾਂ ਤੇ ਉਚਾਈ ਦੱਸਦੀ ਹੈ ਕਿ ਇੱਥੇ ਜ਼ਰੂਰ ਕਿਲਾ ਹੁੰਦਾ ਸੀ। ਸ਼ੱਕ ਹੈ ਕਿ ਇਹ ਭੂਆਂ ਹੁਣ ਖਾਲਸੇ ਦੀ ਅਣਗਹਿਲੀ ਦੇ ਕਾਰਨ ਬਹੁਤ ਹੱਥੋਂ ਨਿਕਲ ਚੁੱਕੀਆਂ ਹਨ। ਔਰ ਇਸ ਦੇ ਗਿਰਦੇ ਖੇਤ ਬੀਜ ਕੇ ਰਾਮ ਰੌਣੀ ਨਾਮ ਧਰਿਆ। ਇਹ ਅੱਡਾ ਪੱਕਾ ਕਰਕੇ ਔਰ ਇਸ ਨੂੰ ਮਾਨੋ ਰਾਜਧਾਨੀ ਬਣਾ ਕੇ ਖਾਲਸਾ ਲੱਗਾ ਦੂਰ ਜੰਗ ਮਾਰਨ। ਮੀਰ ਮੰਨੂ ਹੁਣ ਪੰਜਾਬ ਦਾ ਨਵਾਂ ਸੂਬਾ ਆਇਆ ਸੀ। ਇਹ ਵੀ ਸਿੱਖਾਂ ਦੇ ਮਗਰ ਹੱਥ ਧੋ ਕੇ ਪੈ ਗਿਆ ਤੇ ਇਹਨੇ ਵੀ ਬੜੇ ਅਤਿਆਚਾਰ ਆਰੰਭ ਕੀਤੇ। ਖਾਨ ਅਜ਼ੀਜ਼, ਦੀਵਾਨ ਕੌੜਾ ਮੱਲ ਔਰ ਹੋਰ ਸਰਦਾਰਾਂ ਨੂੰ ਫੌਜ ਦੇ ਕੇ ਰਾਮ ਰੌਣੀ ਸਰ ਕਰਨ ਲਈ ਅੰਮ੍ਰਿਤਸਰ ਘੱਲਿਆ। ਖਾਲਸਾ ਵੀ ਆਕੀ ਹੋ ਬੈਠਾ। ਬਾਹਰ ਦੇ ਸਿੰਘਾਂ ਨੇ ਇਹ ਖਬਰਾਂ ਸੁਣ ਕੇ ਦਾਣੇ, ਘਾਹ, ਪੱਠੇ ਆਦਿ ਭਰਾਵਾਂ ਨੂੰ ਗੱਡਿਆਂ ਦੇ ਗੱਡੇ ਭਰ ਕੇ ਘੱਲ ਦਿੱਤੇ। ਤੁਰਕ ਸੈਨਾ ਨੇ ਰੌਣੀ ਦੇ ਉਦਾਲੇ ਘੇਰਾ ਘੱਤਿਆ। ਕਿੰਨਾ ਸਮਾਂ ਇਸ ਗੱਲ ਨੂੰ ਬੀਤ ਗਿਆ, ਪਰ ਤੁਰਕਾਂ ਤੋਂ ਕੁਝ ਖੋਹਣ ਨਾ ਖੁੱਥੇ। ਉਸ ਸਮੇਂ ਕੋਟ ਫਸੀਲਾਂ ਵਿੱਚ ਬੈਠ ਕੇ ਲੜਦਿਆਂ ਨੂੰ ਸਰ ਕਰਨਾ ਔਖਾ ਤੇ ਛੇਤੀ ਦਾ ਕੰਮ ਨਹੀਂ ਸੀ ਹੁੰਦਾ। ਵੱਡਾ ਤਰੀਕਾ ਇਹੋ ਹੁੰਦਾ ਸੀ ਕਿ ਅੰਦਰ ਰਸਦ ਪਾਣੀ ਜਾਣੀ ਬੰਦ ਕਰ ਦੇਣੀ ਤੇ ਘਿਰਿਆਂ ਨੇ ਭੁੱਖੇ ਹੋ ਕੇ ਹਾਰਨਾ। ਸਿੱਖ ਅੰਦਰੋਂ ਹੀ ਉਹ ਵਾੜਾਂ ਝਾੜਨ ਕਿ ਚੇਤ ਦੀਆਂ ਹੋਲਾਂ ਵਾਂਗੂ ਵੈਰੀ ਦੀ ਸੈਨਾ ਪੁੱਜੇ। ਕਿਸੇ ਦਿਨ ਖਾਲਸਾ ਬਹਾਦਰ ਬਾਹਰ ਨਿਕਲ ਕੇ ਹੋਲਾ ਖੇਡ ਜਾਵੇ ਔਰ ਤੁਰਕਾਂ ਦੀ ਲੁੱਟ ਨਾਲ ਹੱਥ ਰੰਗ ਕੇ ਫੇਰ ਕਿਲੇ ਵਿੱਚ ਜਾ ਵੜੇ। ਜੱਸਾ ਸਿੰਘ ਨਾਮੇ ਇੱਕ ਸਿੱਖ ਬੜਾ ਬਹਾਦਰ ਖਾਲਸੇ ਵਿੱਚ ਸੀ। ਇੱਕ ਵਾਰੀ ਧੀ ਮਾਰਨ ਦੇ ਸ਼ੁਬੇ ਵਿੱਚ ਸਿੱਖਾਂ ਨੇ ਉਸ ਨੂੰ ਛੇਕ ਦਿੱਤਾ ਸੀ। ਤਦ ਤੋਂ ਉਹ ਨਵਾਬ ਆਦੀਨਾ ਬੇਗ ਪਾਸ 100 ਸਿੱਖ ਸਿਪਾਹੀ ਆਪਣੇ ਨਾਲ ਲੈ ਕੇ ਨੌਕਰ ਜਾ ਰਿਹਾ। ਹੁਣ ਜਦ ਇਸ ਜੰਗ ਦੀ ਖਬਰ ਹੋਈ, ਤਦ ਅਦੀਨਾ ਬੇਗ ਵੀ ਸੈਨਾ ਸਣੇ ਸਿੱਖਾਂ ਨੂੰ ਮਾਰਨ ਲਾਹੌਰ ਦੀ ਕੁਮਕ ਉੱਤੇ ਰਾਮ ਰੌਣੀ ਦੇ ਘੇਰੇ ਲਈ ਸੱਦਿਆ ਗਿਆ ਸੀ। ਤੁਰਕ ਸੈਨਾ ਨੇ ਸਿੱਖਾਂ ਨੂੰ ਘੇਰੇ ਵਿੱਚ ਕਰਕੇ ਕਈ ਮਹੀਨੇ ਟਪਾ ਦਿੱਤੇ। ਹੁਣ ਰਸਤ ਦਾਣਾ ਵੀ ਮੁੱਕਣ ਲੱਗਾ। ਤਦ ਤਾਂ ਅੰਦਰ ਡਾਢੀ ਔਕੜ ਆ ਬਣੀ। ਕਈ ਢੰਗ ਸੋਚਣ, ਪਰ ਕੋਈ ਪੇਸ਼ ਨਾ ਜਾਵੇ। ਛੇਕੜ ਖਾਲਸੇ ਨੇ ਸੋਚਿਆ ਕਿ ਹੁਣ ਸ਼ਹੀਦ ਹੋਣ ਦਾ ਵੇਲਾ ਹੈ। ਇੱਕੋ ਵਾਰੀ ਟੁੱਟ ਕੇ ਵੈਰੀ ਉੱਤੇ ਜਾ ਪਈਏ, ਮਾਰ ਦਈਏ ਤੇ ਮਰ ਜਾਈਏ। ਇਸ ਗੱਲ ਦੀ ਖਬਰ ਤੁਰਕਾਂ ਵਿੱਚ ਵੀ ਜਾ ਪਹੁੰਚੀ। ਇਸ ਸਮੇਂ ਜੱਸਾ ਸਿੰਘ ਇੱਕ ਬਹਾਦਰ ਸੂਰਮਾ ਸਿੰਘ ਸੀ।
ਜਿਸ ਨੂੰ ਜੱਸਾ ਸਿੰਘ ਰਾਮਗੜੀਆ ਕਹਿੰਦੇ ਹਨ। ਗਿਆਨੀ ਗਿਆਨ ਸਿੰਘ ਦਾ ਖਿਆਲ ਹੈ ਕਿ ਮੁਲਤਾਨ ਗਏ ਖਾਲਸੇ ਦੇ ਮਗਰੋਂ ਜੱਸਾ ਸਿੰਘ ਨੇ ਰੌਣੀ ਦਾ ਰਾਮਗੜ੍ਹ ਬਣਾਇਆ ਤਾਂ ਨਾਮ ਰਾਮਗੜੀਏ ਪਿਆ। ਤੇ ਭੰਗੂ ਜੀ ਲਿਖਦੇ ਹਨ ਕਿ ਜਦੋਂ 12 ਪਿੰਡ ਰਾਮ ਰੌਣੀ ਨਾਲ ਰਲੇ ਤਦੋਂ ਨਾਮ ਰਾਮਗੜ੍ਹ ਤੇ ਰਾਮਗੜੀਏ ਪਿਆ। ਪਰ ਇਹ ਦਰੁਸਤ ਨਹੀਂ। ਠੀਕ ਗੱਲ ਇਹ ਹੈ ਕਿ ਦੀਵਾਨ ਸਾਹਿਬ ਦੀ ਸ਼ਹਾਦਤ ਦੇ ਬਾਅਦ ਮੀਰ ਮੰਨੂ ਦੇ ਰਾਮ ਰੌਣੀ ਨੂੰ ਕੁਝ ਘਟਾ ਦੇਣ ਮਗਰੋਂ ਸਿੰਘਾਂ ਨੇ ਇਸ ਨੂੰ ਰਾਮਗੜ੍ਹ ਬਣਾਇਆ ਤੇ 1814 ਬਿਕਰਮੀ ਸੰਮਤ ਵਿੱਚ ਅਬਦਾਲੀ ਦੇ ਚੌਥੇ ਹਮਲੇ ਬਾਅਦ ਜਦੋਂ ਆਦੀਨਾ ਬੇਗ ਨੇ ਕੁਤਬ ਸ਼ਾਹ ਨੂੰ ਹਾਰ ਦੇ ਕੇ ਵਟਾਲੇ ਆ ਕੇ ਅਮਲ ਤੋਰਿਆ ਤਾਂ ਸਿੱਖਾਂ ਦੀ ਕਤਲਾਮ ਕਰਾਈ। ਜੰਗਲਾਂ ਨੂੰ ਕੱਟ ਕੇ ਮਾਰਨ ਤੋਂ ਵੱਖਰੇ ਉਸਨੇ ਮੀਰ ਅਜ਼ੀਜ਼ ਨੂੰ ਰਾਮਗੜ੍ਹ ਦੇ ਮੁਹਾਸਰੇ 'ਤੇ ਘੱਲਿਆ। ਨੰਦ ਸਿੰਘ ਸਾਂਗਣੀਆਂ ਜੋ ਸਿੰਘ ਕਨਹਈਆ, ਜੱਸਾ ਸਿੰਘ ਤੇ ਉਸਦੇ ਭਰਾ ਅੰਦਰ ਸਨ, ਬਹੁਤ ਮਰਦਾਨਗੀ ਨਾਲ ਲੜਦੇ ਰਹੇ। ਅੱਤ ਤੰਗ ਆ ਕੇ ਕਿਲੇ ਨੂੰ ਸੰਨ ਦੇ ਕੇ ਇੱਕ ਰਾਤ ਸਾਰੇ ਚੁੱਪ ਚਪਾਤੇ ਨਿਕਲ ਗਏ। ਇਹ ਸਾਰੇ ਰਾਮਗੜੀਏ ਕਹਾਏ। ਫਿਰ ਨੰਦ ਸਿੰਘ ਜੋ ਜਨਮ ਦਾ ਜੱਟ ਸੀ, ਉਸ ਦੇ ਮਰਨ ਦੇ ਬਾਅਦ ਉਸ ਦੀ ਫੌਜ ਤੇ ਸਾਰਾ ਕੁਝ ਜੱਸਾ ਸਿੰਘ ਨੂੰ ਮਿਲਿਆ। ਤਦ ਤੋਂ ਜੱਸਾ ਸਿੰਘ ਦਾ ਜਥਾ ਰਾਮਗੜੀਆ ਕਹਿਲਾਇਆ। ਇਹ ਹਾਲ ਅਹਿਮਦ ਸ਼ਾਹ ਬਟਾਲਵੀ ਨੇ ਖੋਲ੍ਹ ਕੇ ਲਿਖਿਆ ਹੈ। ਜੱਸਾ ਸਿੰਘ ਤਰਖਾਣ ਜਾਤੀ ਵਿੱਚੋਂ ਸਿੰਘ ਸਜਣ ਕਰਕੇ ਫਿਰ ਇਸ ਸਾਰੇ ਜਾਤੀ ਵਿੱਚੋਂ ਸਜੇ ਸਿੰਘਾਂ ਨੇ ਆਪਣਾ ਨਾਮ ਰਾਮਗੜੀਏ ਸਦਾਇਆ। ਜੱਸਾ ਸਿੰਘ ਦੇ ਕੌਮੀ ਪਿਆਰ ਤੇ ਧਰਮ ਭਾਵ ਨੇ ਜੋਸ਼ ਖਾਧਾ ਤੇ ਸੋਚਣ ਲੱਗਾ ਕਿ ਪੰਥ ਸ਼ਹੀਦੀ ਪਾਊ ਤੇ ਮੈਂ ਖਾਲਸੇ ਤੋਂ ਬੇਮੁਖ ਮਰੂੰ। ਗੁਰੂ ਖਾਲਸਾ ਹੈ ਤੇ ਮੈਂ ਖਾਲਸੇ ਤੋਂ ਬੇਮੁਖ ਹਾਂ। ਯੋਗ ਹੈ ਕਿ ਤਨਖਾਹ ਬਖਸ਼ਾ ਕੇ ਸ਼ਹੀਦ ਹੋਈਏ ਤੇ ਮੁਕਤ ਭੁਗਤ ਲਵੀਏ। ਇਸ ਪਛਤਾਵੇ ਵਿੱਚ ਤੀਰ ਨਾਲ ਬੰਨ੍ਹ ਕੇ ਖਾਲਸੇ ਨੂੰ ਚਿੱਠੀ ਘੱਲੀ ਤੇ ਤੀਰ ਨਾਲ ਹੀ ਉੱਤਰ ਪਹੁੰਚਣ ਤੇ ਆਪਣੇ ਸਾਥੀਆਂ ਸਣੇ ਤੁਰਕਾਂ ਵਿੱਚੋਂ ਨਿਕਲ ਕੇ ਖਾਲਸੇ ਦੇ ਚਰਨਾਂ ਵਿੱਚ ਜਾ ਕੇ ਤਨਖਾਹ ਬਖਸ਼ਾ ਕੇ ਸ਼ਹੀਦੀ ਦਾ ਅੰਮ੍ਰਿਤ ਪੀਣ ਲਈ ਸਾਂਝੀਵਾਲ ਹੋ ਗਿਆ। ਰਾਮ ਰੌਣੀ ਦਾ ਯੁੱਧ 1805 ਬਿਕਰਮੀ ਸੰਮਤ ਵਿੱਚ ਹੋਇਆ। ਭੰਗੂ ਜੀ ਲਿਖਦੇ ਹਨ, ਇਸ ਰਾਮ ਰੌਣੀ ਸਿੰਘ ਥੇ ਲੜੇ 5 ਪੈ 18 ਸੇ ਸਾਲ। ਦੇਸ਼ ਵਿੱਚ ਮੰਨੂ ਨੇ ਸਿੱਖਾਂ ਦੀ ਕਤਲ ਫੇਰ ਸ਼ੁਰੂ ਕੀਤੀ ਹੋਈ ਸੀ। ਰਾਮ ਰੌਣੀ ਨੂੰ ਘੇਰਾ ਪਾਇਆ ਹੋਇਆ ਸੀ ਤੇ ਉੱਧਰ ਉਹਨਾਂ ਸਿੱਖਾਂ ਨੂੰ ਜੋ ਪਹਾੜਾਂ ਵਿੱਚ ਲੁਕੇ ਹੋਏ ਸਨ ਰਾਜਿਆਂ ਵੱਲ ਖੱਤ ਪਾ ਕੇ ਪਕੜਵਾ ਮੰਗਵਾਇਆ। ਸੈਂਕੜੇ ਸਿੱਖ ਰੋਜ਼ ਪਕੜੇ ਆਉਂਦੇ ਤੇ ਨਖਾਸ਼ ਵਿੱਚ ਕਤਲ ਕੀਤੇ ਜਾਂਦੇ। ਰਾਮ ਰੌਣੀ ਦਾ ਯੁੱਧ 1805 ਬਿਕਰਮੀ ਸੰਮਤ ਵਿੱਚ ਹੋਇਆ। ਭੰਗੂ ਜੀ ਇਸ ਬਾਰੇ ਲਿਖਦੇ ਹਨ, ਇਸ ਰਾਮ ਰੌਣੀ ਸਿੰਘ ਥੇ ਲੜੇ 5 ਪੈ 18 ਸੇ ਸਾਲ। ਹੁਣ ਸਿੱਖ ਇਸ ਗੁਰਮਤੇ ਵਿੱਚ ਸਨ ਕਿ ਕੀ ਕੀਤਾ ਜਾਵੇ ਕਿ ਦੁਰਾਨੀ ਪਾਤਸ਼ਾਹ ਅਹਿਮਦ ਸ਼ਾਹ ਫੇਰ ਫੌਜ ਲੈ ਕੇ ਪੰਜਾਬ ਪਰ ਦੂਜੀ ਵਾਰ ਧਾਵਾ ਕਰਨ ਆਇਆ। ਇਹ ਮੱਘਰ 1805 ਬਿਕਰਮੀ ਸੰਮਤ ਦੀ ਗੱਲ ਹੈ। ਉੱਧਰੋਂ ਦਿੱਲੀ ਵਾਲਿਆਂ ਨੇ ਸ਼ਾਹ ਨਵਾਜ਼ ਨੂੰ ਮੁਲਤਾਨ ਦਾ ਸੂਬੇਦਾਰ ਥਾਪ ਕੇ ਟੋਰ ਦਿੱਤਾ, ਜਿਸ ਨੇ ਮੁਲਤਾਨ ਆ ਕੇ ਕਬਜ਼ਾ ਕਰ ਲਿਆ। ਇਸ ਵੇਲੇ ਮੁਲਤਾਨ ਵਿੱਚ ਦੀਵਾਨ ਕੌੜਾ ਮਲ ਦਾ ਨਾਇਬ ਹਾਕਮ ਸੀ, ਜਿਸ ਤੋਂ ਸ਼ਾਹ ਨਵਾਜ਼ ਨੇ ਮੁਲਤਾਨ ਖੋਹ ਲਿਆ। ਦੀਵਾਨ ਸਾਹਿਬ ਉਦੋਂ ਰਾਮ ਰੌਣੀ ਦੇ ਮੁਹਾਸਰੇ 'ਤੇ ਸਨ। ਮੀਰ ਮੰਨੂ ਨੂੰ ਹੁਣ ਅਬਦਾਲੀ ਦਾ ਆਉਣਾ ਸੁਣ ਕੇ ਹੱਥਾਂ ਪੈਰਾਂ ਦੀ ਪੈ ਗਈ ਤੇ ਰਾਮ ਰੌਣੀ ਦਾ ਮੁਹਾਸਰਾ ਛਡਾ ਕੇ ਸਰਦਾਰਾਂ ਨੂੰ ਲਾਹੌਰ ਸੱਦਿਆ। ਦੀਵਾਨ ਕੌੜਾ ਮੱਲ ਦੇ ਮਸ਼ਵਰੇ ਨਾਲ ਸਾਰੀ ਫੌਜ ਤਾਂ ਮੰਨੂ ਦੇ ਨਾਲ ਦੁਰਾਨੀ ਦੇ ਟਾਕਰੇ ਲਈ ਸੋਧਰੇ ਪਹੁੰਚੀ ਤੇ ਦੀਵਾਨ ਸਾਹਿਬ ਆਪ ਮੁਲਤਾਨ ਗਏ। ਦੀਵਾਨ ਸਾਹਿਬ ਦੇ ਨਾਲ ਥੋੜ੍ਹੀ ਸੈਨਾ ਅਦੀਨਾ ਬੇਗ ਦੀ ਹੀ ਸੀ। ਇਸ ਕਰਕੇ ਆਪ ਨੇ ਸਿੰਘਾਂ ਦੀ ਮਦਦ ਦਾ ਮਸ਼ਵਰਾ ਦਿੱਤਾ ਸੀ ਤੇ ਮੰਨੂ ਦੀ ਸਿੰਘਾਂ ਨਾਲ ਸੁਲ੍ਹਾ ਕਰਵਾ ਦਿੱਤੀ ਸੀ ਤੇ ਪੱਟੀ ਦੇ ਇਲਾਕੇ ਦੀ ਜਾਗੀਰ ਸਿੰਘਾਂ ਨੂੰ ਦਬਾ ਦਿੱਤੀ ਸੀ। ਭੰਗੂ ਜੀ ਲਿਖਦੇ ਹਨ, ਮਾਝੇ ਪੱਟੀ ਸਿੰਘ ਲਏ ਰਲਾਈ, ਆਦੀ ਸਿੰਘਨ ਲਿਖ ਦੁਆਈ, 12 ਪਿੰਡ ਜੋ ਗੁਰੂ ਚੱਕ ਵਾਲੇ, ਲਿਖਾਏ ਦੀਏ ਰਾਮ ਰੌਣੀ ਨਾਲੇ। ਐਉਂ ਖਾਲਸੇ ਦੀ ਸੁਲ੍ਹਾ ਕਰਾ ਕੇ ਦੀਵਾਨ ਸਾਹਿਬ ਨੇ ਮੁਲਤਾਨ ਦੀ ਮੁਹਿੰਮ ਲਈ ਸਿੱਖ ਆਪਣੇ ਪੱਖੀ ਬਣਾ ਲਏ ਸਨ। ਪਰ ਜਾਪਦਾ ਇਉਂ ਹੈ ਕਿ ਸਿੰਘ ਮੁਲਤਾਨ ਤਦੋਂ ਅੱਪੜੇ ਸਨ ਜਦੋਂ ਦੀਵਾਨ ਸਾਹਿਬ ਕੁਛ ਚਿਰ ਦੇ ਘੇਰਾ ਪਾ ਚੁੱਕੇ ਹੋਏ ਸਨ, ਕਿਉਂਕਿ ਸਿੰਘ ਖਿੰਡੇ ਫੁੱਟੇ ਲੁਕੇ ਛਿਪੇ ਫਿਰਦੇ ਸਨ। ਕੁਛ ਤਾਂ ਰਾਮ ਰੌਣੀ ਸਨ, ਸੋ ਇਕੱਠੇ ਹੋਣ ਹਵਾਨ ਵਿੱਚ ਕੁਛ ਵਕਤ ਲੱਗਾ ਹੈ। ਉਹਨਾਂ ਦੇ ਅੱਪੜਦੇ ਤੱਕ ਛੋਟੇ ਛੋਟੇ ਯੁੱਧ ਤਾਂ ਹੁੰਦੇ ਰਹੇ, ਪਰ ਫੈਸਲਾ ਕਰਨ ਵਾਲਾ ਯੁੱਧ ਨਾ ਮਚਿਆ, ਜਿਸ ਦਾ ਵੇਰਵਾ ਇਉਂ ਹੈ। ਮੱਘਰ 1805 ਬਿਕਰਮੀ ਸੰਮਤ
ਅਤੇ ਦਸੰਬਰ 1749 ਈਸਵੀ ਵਿੱਚ ਅਹਿਮਦ ਸ਼ਾਹ ਦੇ ਤੀਸਰੇ ਹਮਲੇ ਦੇ ਟਾਕਰੇ ਲਈ ਮੰਨੂ ਝਨਾਬ ਦੇ ਕਿਨਾਰੇ ਸੋਧਰੇ ਜਾ ਟਿਕਿਆ ਤੇ ਇਸ ਵੇਲੇ ਦੇ ਲਗਭਗ ਦੀਵਾਨ ਜੀ ਮੁਲਤਾਨ ਨੂੰ ਗਏ, ਪਰ ਮੰਨੂ ਅਹਿਮਦ ਸ਼ਾਹ ਨਾਲ ਬਰ ਮੇਚ ਨਾ ਸਕਿਆ ਤੇ ਸੁਲ੍ਹਾ ਮੁਨਾਸਬ ਸਮਝ ਕੇ 4 ਜ਼ਿਲ੍ਹਿਆਂ ਦਾ ਮਾਲੀਆ ਦੇਣਾ ਕਰਕੇ ਮੰਨੂ ਨੇ ਉਸ ਨੂੰ ਮਗਰੋਂ ਲਾਇਆ। ਸੋ ਦੁਰਾਨੀ ਬਿਨਾਂ ਕੋਈ ਤਕੜਾ ਜੰਗ ਕੀਤੇ ਦੇ ਮਾਲੀ ਮਾਰ ਕੇ ਟੁਰਦਾ ਹੋਇਆ ਤੇ ਮੰਨੂ ਇੱਧਰੋਂ ਨਿਸ਼ਚਿੰਤ ਹੋ ਕੇ ਲਾਹੌਰ ਆ ਬੈਠਾ। ਪਰ ਮੁਲਤਾਨ ਦਾ ਯੁੱਧ ਜਾਰੀ ਸੀ। ਪਹਿਲੇ ਤਾਂ ਕੁਛ ਨਾ ਬਣਿਆ, ਪਰ ਜਦ ਸਿੰਘ ਅੱਪੜ ਗਏ ਤਾਂ ਦਿਲ ਟੁੱਟਵੇਂ ਜੰਗ ਮਾਰਨ ਨਾਲ ਮੁਲਤਾਨ ਸਰ ਹੋ ਗਿਆ ਤੇ ਸ਼ਾਹ ਨਵਾਜ਼ ਮਾਰਿਆ ਗਿਆ। ਭੀਮ ਸਿੰਘ ਨਾਮੇ ਇੱਕ ਦਲੇਰ ਸਿੰਘ ਨੇ ਸ਼ਾਹ ਨਵਾਜ਼ ਦਾ ਸਿਰ ਕੱਟ ਕੇ ਦੀਵਾਨ ਸਾਹਿਬ ਦੇ ਪੇਸ਼ ਕੀਤਾ। ਇਹ ਜੰਗ ਮੱਘਰ 1805 ਬਿਕਰਮੀ ਸੰਮਤ ਵਿੱਚ ਛਿੜਿਆ ਸੀ ਤੇ ਦੀਵਾਨ ਸਾਹਿਬ ਦਾ ਰੱਖੜੀ ਵਾਲੇ ਦਿਨ 1806 ਨੂੰ ਮੁਲਤਾਨ 'ਤੇ ਕਬਜ਼ਾ ਹੋਇਆ। ਮੱਘਰ ਤੋਂ ਸਾਵਣ ਤੱਕ ਲਗਭਗ 7-8 ਮਹੀਨੇ ਮੁਹਿੰਮ ਪਰ ਲੱਗੇ। ਇਸ ਸੇਵਾ ਦੇ ਬਦਲੇ ਮੰਨੂ ਵੱਲੋਂ ਦੀਵਾਨ ਸਾਹਿਬ ਕੌੜਾ ਮੱਲ ਨੂੰ ਮਹਾਰਾਜਗੀ ਦੀ ਪਦਵੀ ਮਿਲੀ ਅਤੇ ਮੁਲਤਾਨ ਤੇ ਸਾਰੇ ਦੱਖਣੀ ਪੰਜਾਬ ਦਾ ਰਾਜ ਉਸ ਦੇ ਤਾਬੇ ਕੀਤਾ ਗਿਆ। ਸਿੰਘਾਂ ਦੀ ਸੇਵਾ ਦਾ ਇਸ ਨੇ ਕਿਹਾ ਉੱਤਮ ਫਲ ਪਾਇਆ ਔਰ ਲਖਪਤ ਨੇ ਵੈਰ ਦਾ ਕਿਹਾ ਬੁਰਾ ਫਲ ਪਾਇਆ। ਇਸ ਗੁਰੂ ਦੇ ਸੇਵਕ ਮਹਾਰਾਜ ਕੌੜਾ ਮੱਲ ਨੇ ਸਿੱਖਾਂ ਨੂੰ ਬਹੁਤ ਇਨਾਮ ਦਿੱਤੇ ਔਰ ਅੰਮ੍ਰਿਤਸਰ ਆ ਕੇ ਹਰਿਮੰਦਰ ਦੀ ਸੇਵਾ ਕਰਾਈ। ਲਖਪਤ ਨੇ ਸ਼ਾਹ ਨਵਾਜ਼ ਦੀ ਸਲਾਹ ਨਾਲ ਸਾਰਾ ਸਰੋਵਰ ਮਿੱਟੀ ਨਾਲ ਭਰਵਾ ਦਿੱਤਾ ਸੀ। ਸੋ ਮਹਾਰਾਜ ਕੌੜਾ ਮੱਲ ਨੇ ਆਪ ਆਪਣੇ ਖਰਚ ਤੋਂ ਮਿੱਟੀ ਕਢਵਾ ਕੇ ਸਰੋਵਰ ਮੁੜ ਸਾਫ਼ ਕਰਵਾ ਦਿੱਤਾ ਔਰ ਫਿਰ ਜਲ ਨਾਲ ਭਰਵਾ ਦਿੱਤਾ। ਮਹਾਰਾਜ ਕੌੜਾ ਮੱਲ ਪੱਕਾ ਸਿੱਖ ਸੀ ਤੇ ਹਰ ਸਮੇਂ ਪੰਥ ਨੂੰ ਪੁਕਾਰਦਾ ਸੀ। ਖਾਲਸਾ ਜੀ ਇਸ ਨੂੰ ਮਿੱਠਾ ਮੱਲ ਸੱਦਿਆ ਕਰਦੇ ਸੇ। ਇਹ ਸਮਾਚਾਰ 1806-1807 ਬਿਕਰਮੀ ਸੰਮਤ ਵਿੱਚ ਹੋਏ ਹਨ। ਸ਼ੋਰਕੋਟ ਦਾ ਲਾਗੇ ਆਪ ਦਾ ਵਸਾਇਆ ਗੜ੍ਹ ਮਹਾਰਾਜਾ ਨਾਮੇ ਨਗਰ ਹੈ। ਮੁਲਤਾਨ ਵਿੱਚ ਗਲੀ ਤੇ ਧਰਮਸ਼ਾਲ ਹੈ। ਲਾਹੌਰ ਵੀ ਕੋਈ ਗਲੀ ਮਕਾਨ ਸੁਣੀਦਾ ਸੀ। ਦਿੱਲੀ ਵਿੱਚ ਦਿੱਲੀ ਦਰਵਾਜ਼ੇ ਆਪ ਦਾ ਮਕਾਨ ਟਿਕਾਣਾ ਹੁੰਦਾ ਸੀ, ਪਰ ਹੁਣ ਇਹ ਨਿਸ਼ਾਨ ਮਿਟੇ ਸੁਣੇ ਹਨ।